भजन सुमिरन वह गहना है जिसकी कीमत का एहसास हमें अंत समय में जरूर होता है। नमस्कार, आदाब, सत श्री अकाल। आप सभी को राधा स्वामी सिटी मैम में एक बार फिर सभी का स्वागत है। आयोजित सवाल जवाब सत्र में साध संगत ने बाबा जी से दर्शनों व आत्मा का कल्याण, शब्द की पहचान, सच, झूठ, धर्म और मजहब को लेकर अनेकों सवाल किए, जिस पर बाबा जी ने उदाहरण देकर कैसे साध संगत के मन के वहम को दूर किया। इस वीडियो को आप भी देखिए। बाबा जी राज स्वामी, बाबा जी ਅਸੀਂ ਪੂਰਨ ਗੁਰੂ ਨੂੰ ਕਿਵੇਂ ਪਹਿਚਾਨ ਸਕਦੇ ਹਾਂ? देखो, इस तरह है कि पहला तो ਆਪਾਂ ਨੂੰ ਲੋੜ ਹੈ ਇਸ ਚੀਜ਼ ਦੀ ਪਰਖ ਕਰਨ ਨੂੰ ਕਿ ਗੁਰੂ ਹੈ ਕੌਣ, ਕਿਸ ਨੂੰ ਆਪਾਂ ਗੁਰੂ ਕਹਿੰਦੇ ਹਾਂ, ਕੌਣ ਹੈ ਗੁਰੂ। ਨੋਰਮਲੀ ਜ਼ਿੰਦਗੀ ਵਿੱਚ ਆਪਾਂ ਕੋਈ ਆਪਣਾ ਟੀਚਰ ਹੈ, ਕੋਈ ਪਹੁੰਚਿਆ ਹੋਇਆ ਜਿਹਨੂੰ ਆਪਾਂ ਸਮਝਦੇ ਹਾਂ, ਉਹਨੂੰ ਆਪਾਂ ਗੁਰੂ ਮੰਨ ਲੈਂਦੇ ਹਾਂ। गुरु दे नहीं गा, गुरु शरीर नहीं, गुरु शब्द है। मगर क्योंकि आपां शब्द तक पहुँचे नहीं, तो जिस तो भी आपां शुरुआत करते हैं आपां उन्होंने गुरु कहना शुरू कर देंगे। बाणी च आपने बहुत सोहने तरीके दे नाल इस चीज़ को समझाया है कि शब्द गुरु, सुरत धुन चेला। ना तो देही विच ताकत है गुरु बनण दी और ना ही देही विच ताकत है शिष्य बनण दी, चेला बनण दी। मगर शुरुआत क्योंकि इस वक्त साडी अवस्था शरीरिक है, तो शरीर नूं शरीर समझाऊगा। सो जो भी आपां नूं सिखांदा है, आपां नूं समझांदा है, उहनूं आपां गुरु कह दिंदे हैं। आम तौर पर कोई काम सीखना होवे, आपां कह दिंदे हैं मैं तैनूं गुरु मन्निया, तू मैनूं समझा दे। सो जिन्हें सानू समझाया, जिन्हें सानू सिखाया, पुराने ज़मानिਆਂ ਵਿੱਚ ਜਿਹੜੇ ਉਸਤਾਦ ਹੁੰਦੇ ਸੀ, ਜਿਹੜੇ ਟੀਚਰ ਹੁੰਦੇ ਸੀ, ਉਹਨਾਂ ਨੂੰ ਆਪਾਂ ਗੁਰੂ ਦਾ ਦਰਜਾ ਦਿੰਦੇ ਹੁੰਦੇ ਸੀ। ਕਿਉਂਕਿ ਤੁਸੀਂ ਬੱਚੇ ਜਦੋਂ ਸਕੂਲ ਜਾਂਦੇ ਸੀਗੇ, ਉਸਤਾਦ ਨੂੰ ਮੱਥਾ ਵੀ ਟੇਕਦੇ ਸੀ, ਉਹਦਾ ਮਾਣ ਆਦਰ ਵੀ ਪੂਰਾ ਹੁੰਦਾ ਸੀ। ਹਾਲਾਂਕਿ ਅੱਜ ਕੱਲ੍ਹ ਦੇ ਦੌਰ ਵਿੱਚ ਇਹ ਨਹੀਂ ਹੁੰਦਾ, ਮਗਰ ਪਹਿਲਾਂ ਉਸਤਾਦ ਨੂੰ ਗੁਰੂ ਮੰਨਿਆ ਜਾਂਦਾ ਸੀ ਕਿਉਂਕਿ ਉਹਨੇ ਤੁਹਾਨੂੰ ਗਿਆਨ ਦੇਣਾ ਹੈ। ਗੁਰੂ ਦਾ ਮਤਲਬ ਹੈ ਗਿਆਨ ਦੇਣ ਵਾਲਾ, ਜੋ ਅੰਧੇਰੇ ਵਿੱਚੋਂ ਪ੍ਰਕਾਸ਼ ਵਿੱਚ ਲੈ ਕੇ ਆਉਂਦਾ ਹੈ, ਉਹਨੂੰ ਆਪਾਂ ਗੁਰੂ ਕਹਿੰਦੇ ਹਾਂ। ਹੁਣ ਆਪਾਂ ਵਾਪਸ ਜਾ ਰਹੇ ਹਾਂ ਗੁਰਬਾਣੀ ਦੀ ਤੁਕ 'ਤੇ। ਸਰੀਰ ਵਿੱਚ ਤਾਕਤ ਨਹੀਂ ਗਾ, ਕਿਉਂਕਿ ਸਰੀਰ ਬਣਦਾ ਹੈ ਕਰਮਾਂ ਦੇ ਨਾਲ। ਇਸ ਕਰਕੇ ਸਰੀਰ ਕਦੇ ਪਰਫੈਕਟ ਨਹੀਂ ਹੋ ਸਕਦਾ, पूर्ण नहीं हो सकता शरीर, मगर शुरुआत शरीर तो होगी। सो कोई चंगा सज्जन है, कोई संत है, महात्मा है, जिन्हें भगती की है, जिन्हों जिंदगी का थोड़ा जिहा साडे नालों ज़्यादा अनुभव हैगा, एक्सपीरियंस हैगा, उन्होंने आपां गुरु धार लैंदे हैं। मगर वो शुरुआत है, वो सानू समझांदा है, सानू सिखांदा है। मगर सच्चा गुरु शब्द है। ਤਾਂ ਜਦੋਂ ਕੋਈ ਵੀ ਇਨਸਾਨ ਕਿਸੇ ਇਹੋ ਜਿਹੇ ਸੁਲਝੇ ਹੋਏ ਇਨਸਾਨ ਕੋਲੇ ਜਾ ਕੇ ਉਸ ਤੋਂ ਗਿਆਨ ਹਾਸਿਲ ਕਰਦਾ ਹੈ, ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਤੇਰਾ ਅਸਲ ਹੈ ਨਾ, ਉਹ ਸਰੀਰ ਨਹੀਂ, ਉਹ ਤੇਰੀ ਆਤਮਾ ਹੈ। ਜਿੰਨਾ ਚਿਰ ਤੂੰ ਸਰੀਰ ਦੇ ਦਾਇਰੇ ਵਿੱਚ ਰਹੇਂਗਾ, ਤੂੰ ਕਰਮ ਕਾਂਡ ਦੇ ਨੀਚੇ ਦੱਬਿਆ ਰਹੇਂਗਾ। ਤੈਨੂੰ ਇਹ ਮੌਕਾ ਦਿੱਤਾ ਗਿਆ ਕਿ ਸਰੀਰ ਦੇ ਬੰਧਨਾਂ ਤੋਂ ਉੱਥੇ ਉੱਠ ਕੇ ਰੂਹਾਨੀਅਤ ਦੇ ਦਾਇਰੇ ਵਿੱਚ ਆ ਕੇ ਆਪਣੇ ਅਸਲ ਦੀ ਪਹਿਚਾਣ ਕਰ। ਇਹ ਇਟਰਨਲ ਕੁਐਸਚਨ ਹੈ ਕਿ ਆਪਾਂ ਕੌਣ ਹੈ, ਹੂ ਐਮ ਆਈ। ਸ਼ੁਰੂ ਤੋਂ ਇਨਸਾਨ ਇਸ ਖੋਜ ਵਿੱਚ ਲੱਗਿਆ ਹੋਇਆ ਹੈਗਾ, ਮਗਰ ਉਹਦੀ ਸੋਝੀ ਤੁਹਾਨੂੰ ਅੰਦਰੋਂ ਜਾ ਕੇ ਮਿਲੂਗੀ, ਬਾਹਰੋਂ ਨਹੀਂ ਮਿਲਣ ਲੱਗੀ। ਵੈਸਟਰਨ ਫਿਲੋਸੋਫਰਸ ਨੇ ਕਹਿਤਾ ਆਈ ਥਿੰਕ ਦੇਅਰਫੋਰ ਆਈ ਐਮ। मैं सोचता हाँ, इस करके मेरा वजूद बनया होया है। हुण सोच कित्थों आंदी है? सोच मन तो आंदी है। इस करके की असी सोचते हैं कि साडा दायरा मन तक सिर्फ सीमित हैगा। सो इहदी पहचान करने वास्ते आपां अपनी सुरत नूं जागृत करना है, अपनी कॉन्शियसनैस नूं जागृत करना है।
ਜਦੋਂ ਆਪਾਂ ਉਸ ਸੁਰਤ ਨੂੰ ਜਾਗਰਤ ਕਰਾਂਗੇ ਤਾਂ ਚੇਲਾ ਬਣਨ ਦੀ, ਡਿਸਾਈਪਲ ਬਣਨ ਦੀ ਜਿਹੜੀ ਤਾਕਤ ਹੈ ਉਸ ਸੁਰਤ ਵਿੱਚ ਹੈ, ਨਾ ਕਿ ਸਰੀਰ ਵਿੱਚ। ਸਰੀਰ ਨਹੀਂ ਨਿਭਾ ਸਕਦਾ। ਫਿਰ ਉਹ ਸੁਰਤ ਜਾਗਰਿਤ ਅਵਸਥਾ ਵਿੱਚ ਆ ਕੇ ਉਸ ਧੁਨ ਨੂੰ ਪਕੜਦੀ ਹੋਈ ਫਿਰ ਉਸ ਸ਼ਬਦ ਸਰੂਪੀ ਗੁਰੂ ਦੀ ਪਹਿਚਾਣ ਕਰਦੀ ਹੈ। ਸ਼ਬਦ ਸਰੂਪੀ, ਨਾ ਕਿ ਦੇਹ ਸਰੂਪੀ। ਦੇਹ ਨੂੰ ਦੇਹ ਸਮਝਾਊਗੀ। ਜਿਵੇਂ ਹਜ਼ੂਰ ਫਰਮਾਇਆ ਕਰਦੇ ਸੀ ਕਿ ਇੱਟ ਪੱਥਰ ਤਾਂ ਆਪਣੇ ਨਾਲ ਬੋਲ ਨਹੀਂ ਸਕਦੇ, ਜਾਨਵਰਾਂ ਦੀ ਬੋਲੀ ਸਮਝ ਨਹੀਂ ਆਉਂਦੀ। ਇਸ ਕਰਕੇ ਜਿੰਨਾ ਚਿਰ ਕੋਈ ਸਾਡੇ ਵਰਗਾ ਸਾਡੇ ਦਰਮਿਆਨ ਆ ਕੇ ਸਾਡੀ ਬੋਲੀ ਵਿੱਚ ਸਾਨੂੰ ਨਾ ਸਮਝਾਏ, ਇਹ ਚੀਜ਼ਾਂ ਸਾਡੇ ਸਮਝ ਤੋਂ ਦੂਰ ਹੈ। ਸੋ ਉਹ ਜਿਹੜਾ ਇਨਸਾਨ ਹੈ ਉਹ ਸਾਡੇ ਵਰਗਾ ਹੈ, ਸਾਡੀ ਉਹਦੀ ਜੀਵਨੀ ਹੋਊਗੀ। ਕਿਉਂਕਿ ਜਿੰਨਾ ਚਿਰ ਸਾਡੇ ਵਰਗੀ ਜੀਵਨੀ ਨਹੀਂ ਹੋਈ, ਆਪਾਂ ਉਸ ਤੋਂ ਸਿੱਖ ਨਹੀਂ ਸਕਦੇ। ਉਹ ਇਨਸਾਨ ਇੱਕ ਉਦਾਹਰਨ ਬਣ ਕੇ ਆਉਂਦਾ ਹੈ। ਕੋਈ ਭਗਤੀ ਕਰਾਉਣ ਵਾਸਤੇ ਨਹੀਂ, ਕੋਈ ਪੂਜਾ ਕਰਾਉਣ ਵਾਸਤੇ ਨਹੀਂ, ਕੋਈ ਮੱਥੇ ਟਿਕਾਉਣ ਵਾਸਤੇ ਨਹੀਂ, ਸਿਰਫ ਸਾਨੂੰ ਰਸਤਾ ਦਿਖਾਉਣ ਵਾਸਤੇ। ਜਿਵੇਂ ਬੱਚੇ ਨੂੰ ਆਪਾਂ ਸਕੂਲ ਭੇਜਦੇ ਹਾਂ, ਉਸਤਾਦ ਨੇ, ਟੀਚਰ ਨੇ ਕੋਈ ਕੁੱਟ-ਕੁੱਟ ਕੇ ਗਿਆਨ ਉਹਦੇ ਵਿੱਚ ਨਹੀਂ ਭਰ ਦੇਣਾ। ਉਹਨੇ ਤਾਂ ਅਲੱਗ-ਅਲੱਗ ਜਿਹੜੇ ਸਬਜੈਕਟਸ ਹੈ ਉਹ ਸਿਖਾ ਕੇ ਜੋ ਉਹਦੇ ਵਿੱਚ ਇੰਟੈਲੈਕਟ ਹੈ ਉਹਨੇ ਤਰਾਸ਼ਣਾ ਹੈ। ਜਿਵੇਂ ਆਪਾਂ ਪੱਥਰ ਲੈ ਕੇ, ਆਪਾਂ ਜੋਹਰੀ ਨੂੰ ਪਤਾ ਹੈ ਕਿ ਕਿਸ ਪੱਥਰ ਦੀ ਕੀ ਕੀਮਤ ਹੈ, ਫਿਰ ਉਹ ਜੋਹਰੀ ਪੱਥਰ ਨੂੰ ਚੁਣ ਕੇ ਉਹਨੂੰ ਤਰਾਸ਼ਦਾ ਹੈ। ਤਰਾਸ਼ ਕੇ ਉਹਦੀ ਚਮਕ ਸਾਹਮਣੇ ਆਉਂਦੀ ਹੈ ਤਾਂ ਉਹਦੀ ਕੀਮਤ ਪੈਂਦੀ ਹੈ। ਗੁਰਮੁਖ ਜਨ ਜਦੋਂ ਆਪਾਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਉਹ ਜਿਹੜੀ ਰੂਹਾਨੀਅਤ ਪਹਿਲਾਂ ਤੋਂ ਹੀ ਸਾਡੇ ਅੰਦਰ ਹੈ, ਰੂਹਾਨੀਅਤ ਕਿਸੇ ਨੇ ਬਾਹਰੋਂ ਨਹੀਂ ਪਾਣੀ, ਉਹ ਸਾਡੇ ਮਨ ਨੂੰ ਤਰਾਸ਼ਦੇ ਹੈ। ਮਨ ਦਾ ਜਿਹੜਾ ਅਸਲ ਵਜੂਦ ਹੈ ਉਹਨੂੰ ਸਾਹਮਣੇ ਲਿਆਉਂਦੇ ਹੈ। ਸਾਡਾ ਇਸ ਵਕਤ ਜਦੋਂ ਆਪਾਂ ਮਨ ਨੂੰ ਦੇਖਦੇ ਹਾਂ, ਆਪਾਂ ਦੇਖਦੇ ਹਾਂ ਕਿ ਮਨ ਵਿੱਚ ਕਿੰਨੇ ਐਬ ਹੈ, ਕਿੰਨੇ ਔਗਣ ਹੈ। ਮਗਰ ਮਨ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖੀਏ। ਸੰਤਾਂ ਨੇ ਆ ਕੇ ਸਾਨੂੰ ਯਾਦ ਕਰਾਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਇਹ ਇਹਦੀ ਅਵਸਥਾ ਨਹੀਂ ਸੀਗੀ, ਇਹ ਇਹਦੀ ਅਵਸਥਾ ਅਸੀਂ ਬਣਾਤੀ। ਜਿਵੇਂ ਜਿਵੇਂ ਅਸੀਂ ਦੁਨੀਆ ਵਿੱਚ ਗਏ, ਸਾਡੀਆਂ ਚਾਹਤਾਂ, ਸਾਡੇ ਕਾਰਜ ਇਹੋ ਜਿਹੇ ਹੋਏ, ਮਨ ਦੀ ਇਹੋ ਜਿਹੀ ਅਵਸਥਾ ਬਣ ਗਈ ਕਿ ਮਹਾਂਪੁਰਖਾਂ ਨੂੰ ਕਹਿਣਾ ਪਿਆ, ਇਹ ਮਨ ਮੈਲਾ ਅੰਧਾ ਹੈ, ਕਿਸ ਆਖ ਸੁਣਾਵਾਂ। ਇਹ ਅਵਸਥਾ ਅਸੀਂ ਬਣਾਤੀ ਇਹਦੀ। ਸੋ ਉਹ ਸਾਨੂੰ ਇਹਦੀ ਅਸਲ ਅਵਸਥਾ ਸਮਝਾਉਂਦੇ ਹਨ। ਸਾਡੇ ਅੰਦਰੋਂ ਉਹ ਰੂਹਾਨੀਅਤ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਆਪਣੀ ਪਹਿਚਾਣ ਕਰੀਏ। ਉਹ ਪਹਿਚਾਣ ਜਦੋਂ ਸੁਰਤ ਸ਼ਿਸ਼ ਬਣੂਗੀ, ਨਾ ਕਿ ਸਰੀਰ। ਸਰੀਰ ਕਿਸ ਹੱਦ ਤੱਕ ਜਾ ਸਕਦਾ ਹੈ, ਕੀ ਨਿਭਾ ਸਕਦਾ ਹੈ, ਇਹਦਾ ਦਾਇਰਾ ਬਹੁਤ ਛੋਟਾ ਹੈ। ਮਗਰ ਉਹੀ ਸਰੀਰ ਜਦੋਂ ਭਜਨ ਬੰਦਗੀ ਕਰਕੇ ਸੁਰਤ ਨੂੰ ਜਾਗਰਿਤ ਕਰੂਗਾ, ਉਹ ਸੁਰਤ ਵਿੱਚ ਤਾਕਤ ਹੈ ਸ਼ਿਸ਼ ਬਣਨ ਦੀ। ਉਹ ਸ਼ਿਸ਼ ਫਿਰ ਧੁਨ ਨੂੰ ਪਕੜਦਾ ਹੋਇਆ ਫਿਰ ਜਾ ਕੇ ਸ਼ਬਦ ਸਰੂਪੀ ਗੁਰੂ ਦੀ ਪਹਿਚਾਣ ਕਰੂਗਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਅਫਸੋਸ ਇਹ ਹੈ ਕਿ ਆਪਾਂ ਬਾਣੀਆਂ ਨੂੰ ਪੜ੍ਹਦੇ ਹਾਂ, ਗ੍ਰੰਥਾਂ ਪੋਥੀਆਂ ਨੂੰ ਪੜ੍ਹਦੇ ਹਾਂ, ਮਗਰ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਦੇ ਨਹੀਂ ਹੈ। ਇਨਸਾਨ ਦੀ ਫਿਤਰਤ ਹੈ ਕਿ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ। ਆਸਾਨ ਤਰੀਕਾ ਕੀ ਹੈ ਕਿ ਜਿਹੜਾ ਵਡੇਰਾ ਸਾਡੇ ਸਾਹਮਣੇ, ਜਿਹੜਾ ਗੁਰਮੁਖ ਸਾਡੇ ਸਾਹਮਣੇ ਬੈਠਿਆ ਹੈ, ਸਾਨੂੰ ਚੰਗੀਆਂ ਗੱਲਾਂ ਦੱਸਦਾ ਹੈ, ਅਸੀਂ ਉਹਦੀ ਮੁੱਠੀ ਚਾਪੀ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ। ਮਗਰ ਕਿਉਂਕਿ ਅਸੀਂ ਆਪਣੇ ਆਪ ਨੂੰ ਸ਼ਰੀਰਾਂ ਦੇ ਨਾਲ ਜੋੜਿਆ ਹੈ, ਇਸੇ ਕਰਕੇ ਮਜ਼ਹਬ ਬਣ ਗਏ, ਇਸੇ ਕਰਕੇ ਧਰਮ ਬਣ ਗਏ। ਜੇ ਆਪਾਂ ਉਹਨਾਂ ਦੀ ਤਾਲੀਮ, ਉਹਨਾਂ ਦੀ ਸਿੱਖਿਆ ਉੱਤੇ ਧਿਆਨ ਦਿੱਤਾ ਹੁੰਦਾ, ਕਿਸੇ ਗੁਰੂ ਨੇ ਅੱਜ ਤੱਕ ਨਹੀਂ ਕਿਹਾ ਕਿ ਬਈ ਉਹਨਾਂ ਨੂੰ ਮੱਥੇ ਟੇਕ ਕੇ ਜਾਂ ਉਹਨਾਂ ਦੀ ਮੁੱਠੀ ਚਾਪੀ ਕਰਕੇ ਤੁਹਾਨੂੰ ਰੂਹਾਨੀਅਤ ਮਿਲੂਗੀ। ਕਿਉਂਕਿ ਰੂਹਾਨੀਅਤ ਦੀ ਦੌਲਤ ਤਾਂ ਸਾਡੇ ਅੰਦਰ ਹੈ। ਇਸ ਕਰਕੇ ਉਹ ਤਾਂ ਤਰੀਕਾ ਦੱਸਦੇ ਹਨ, ਰਸਤਾ ਸਮਝਾਉਂਦੇ ਹਨ ਕਿ ਅਸੀਂ ਆਪਣਾ ਧਿਆਨ ਕਿਵੇਂ ਅੰਤਰਮੁਖ ਕਰੀਏ, ਕਿਵੇਂ ਉਸ ਸੁਰਤ ਨੂੰ ਜਾਗਰਿਤ ਕਰੀਏ, ਕਿਵੇਂ ਉਸ ਧੁਨ ਦੇ ਨਾਲ ਜੋੜ ਕੇ ਉਸ ਅਸਲ ਗੁਰੂ ਦੀ ਪਹਿਚਾਣ ਕਰੀਏ। ਸੋ ਗੁਰੂ ਸ਼ਬਦ ਹੈ। ਗੁਰੂ ਦੀ ਪਹਿਚਾਣ ਸਾਨੂੰ ਇਸ ਅਵਸਥਾ ਵਿੱਚ ਨਹੀਂ ਆ ਸਕਦੀ। ਇਸ ਅਵਸਥਾ ਵਿੱਚ ਅਸੀਂ ਕਿਸੇ ਦਾ ਗਿਆਨ ਦੇਖ ਕੇ, ਕਿਸੇ ਦੀ ਬੋਲਣ ਦਾ ਲਹਿਜ਼ਾ ਦੇਖ ਕੇ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਮਗਰ ਉਹਦੀ ਪਹਿਚਾਣ ਉਦੋਂ ਆਊਗੀ ਜਦੋਂ ਅਸੀਂ ਆਪਣਾ ਧਿਆਨ ਅੰਤਰਮੁਖ ਕਰਕੇ ਭਜਨ ਬੰਦਗੀ ਕਰਾਂਗੇ,
ਤਾਂ ਸਾਨੂੰ ਸੱਚੇ ਗੁਰੂ ਦੀ ਪਹਿਚਾਣ ਆਊਗੀ, ਤਾਂ ਅਸੀਂ ਉਸ ਅਵਸਥਾ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਿਸ਼ ਕਹਿਲਾਉਣ ਦੇ ਲਾਇਕ ਬਣ ਸਕਦੇ ਹਾਂ। बाबा जी, इट्स ऑल्सो सेड दैट गुरु शिष्य को ढूंढेगा, शिष्य में इतनी ताकत नहीं है कि गुरु को ढूंढ ले। ਹਾਂ, ਕ੍ਰਾइस्ट ਨੇ ਵੀ ਕਿਹਾ ਸੀ ਓਨਲੀ ਦ ਮਾਰਕਡ ਸ਼ੀਪ ਹੀਅਰ ਮਾਈ ਵਿਸਲ, ਕਿ ਸਿਰਫ ਚੰਦ ਲੋਕ ਹੈ ਜਿਹੜੀ ਮੇਰੀ ਅਵਸਥਾ ਨੂੰ ਪਹਿਚਾਨਣਗੇ, ਜੋ ਕਦਰ ਕਰਨਗੇ। ਹੁਣ ਤੁਸੀਂ ਦੇਖੋ, ਗੁਰੂ ਸਾਹਿਬਾਨ ਹੋਏ ਹੈ, ਸੰਤ ਮਹਾਤਮਾ, ਵੱਡੇ ਵੱਡੇ ਪੀਰ ਪੈਗੰਬਰ ਹੋਏ ਹੈ, ਉਹ ਕਿੱਥੇ ਕਿੱਥੇ ਨਹੀਂ ਗਏ, ਮਗਰ ਸਾਰਿਆਂ ਨੇ ਉਹਨਾਂ ਨੂੰ ਉਹ ਗੁਰੂ ਨਹੀਂ ਮੰਨਿਆ, ਸਾਰਿਆਂ ਨੇ ਉਹਨਾਂ ਨੂੰ ਆਪਣਾ ਮੁਰਸ਼ਿਦ ਨਹੀਂ ਮੰਨਿਆ। ਸੋ ਇਹ ਵੀ ਜਦੋਂ ਵਕਤ ਆਉਂਦਾ ਹੈ, ਵਕਤ ਆਊਗਾ, ਸਾਡੇ ਅੰਦਰ ਉਹ ਰਿਸੈਪਟਿਵਿਟੀ, ਸਾਡੇ ਅੰਦਰ ਉਹ ਪਹਿਚਾਣ ਆ ਜਾਂਦੀ ਹੈ। ਵਕਤ ਨਹੀਂ ਹੁੰਦਾ, ਸਾਡਾ ਧਿਆਨ ਦੁਨੀਆ ਵਿੱਚ ਫੈਲਿਆ ਹੋਇਆ ਹੈ, ਅਸੀਂ ਉਸ ਨਜ਼ਰੀਏ ਦੇ ਨਾਲ ਸਾਰਾ ਕੁਝ ਦੇਖਣਾ ਹੈ। ਸੋ ਤੁਹਾਡੇ ਨਾਲ ਬੈਠੇ ਹੁੰਦੇ ਵੀ ਤੁਸੀਂ ਪਹਿਚਾਣ ਨਹੀਂ ਕਰ ਪਾਓਗੇ। ਸੋ ਇਹ ਵੀ ਉਹਦੀ ਬਖਸ਼ਿਸ਼ ਹੈ। ਜਿਹਨੂੰ ਉਹ ਚਾਹੇ ਉਹਨੂੰ ਪਹਿਚਾਣ ਦੇ ਦਿੰਦਾ ਹੈ, ਜਿਹਨੂੰ ਉਹ ਨਹੀਂ ਚਾਹੁੰਦਾ ਉਹ ਨਾਲ ਬੈਠਾ ਸਾਰੀ ਉਮਰ ਨਾਲ ਗੁਜ਼ਾਰ ਕੇ ਵੀ ਪਹਿਚਾਣ ਨਹੀਂ ਪਾਉਂਦਾ। ਸੋ ਵਕਤ ਦੀ ਗੱਲ ਹੈ। ਹਜ਼ੂਰ, ਬਾਣੀ 'ਚ ਦਰਜ ਹੈ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਹਜ਼ੂਰ, ਬੇਨਤੀ ਹੈ ਕਿ ਇਹ ਤਾਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਾ ਦਿੱਤਾ ਕਿ ਕਿਸ ਤਰੀਕੇ ਨਾਲ ਦੇਹਧਾਰੀ ਸ਼ਬਦ ਦੇਹਧਾਰੀ ਆਤਮਾ ਦਾ ਕਲਿਆਣ ਕਰ ਸਕਦਾ ਹੈ। ਪਰ ਕਿਆ ਦੇਹਧਾਰੀ ਆਤਮਾ 'ਚ ਆਪਣੇ ਆਪ 'ਚ ਇੰਨੀ ਸ਼ਕਤੀ ਜਾਂ ਸਮਝ ਸੋਝੀ ਹੈ ਕਿ ਉਹ ਦੇਹਧਾਰੀ ਸ਼ਬਦ ਦੀ ਪਹਿਚਾਣ ਕਰਕੇ ਉਹਦੇ ਲੜ ਲੱਗ ਸਕੇ? ਮੈਂ ਜਿਵੇਂ ਤੁਸੀਂ ਤੁਕ ਕੀਤੀ ਨਾ, ਤਾਂ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਭਾਗ ਹੁਆ ਗੁਰ ਸੰਤ ਮਲਾਏ, ਪ੍ਰਭ ਅਬਿਨਾਸ਼ੀ ਘਰ ਮੇ ਪਾਏ। ਹੁਣ ਇਹ ਘਰ ਦਾ ਦੋਹਰਾ ਮਤਲਬ ਹੋ ਸਕਦਾ ਹੈ। ਉਹਨਾਂ ਦੇ ਪਿਤਾ ਜੀ ਵੀ ਗੁਰੂ ਸੀ, ਮਗਰ ਸੱਚਾ ਘਰ ਕਿਹੜਾ ਹੈ? ਉਹ ਸਾਡਾ ਅੰਦਰ ਹੈ। ਇਹ ਦੇਹੀ ਹੈ, ਇਹ ਸਰੀਰ ਹੈ। ਸੋ ਅੰਦਰ ਜਾ ਕੇ ਉਹ ਸੋਝੀ ਦਿੰਦਾ ਹੈ, ਉਹ ਤੁਹਾਨੂੰ ਸਿਖਾਉਂਦਾ ਨਹੀਂ। ਇਸ ਵਕਤ ਵਿੱਚ ਅਸੀਂ ਗਿਆਨ ਔਰ ਸੋਝੀ ਵਿੱਚ ਅੰਤਰ ਨਹੀਂ ਪਾ ਸਕੇ। ਜਦੋਂ ਆਪਾਂ ਗ੍ਰੰਥਾਂ ਪੋਥੀਆਂ ਪੜ੍ਹਦੇ ਹਾਂ ਨਾ, ਸਾਨੂੰ ਗਿਆਨ ਮਿਲਦਾ ਹੈ। ਜਦੋਂ ਉਸ ਗਿਆਨ ਨੂੰ ਤੁਸੀਂ ਅਮਲ ਵਿੱਚ ਲਿਆਓਗੇ ਤਾਂ ਤੁਹਾਨੂੰ ਉਹਦਾ ਅਨੁਭਵ ਹੁੰਦਾ ਹੈ, ਐਕਸਪੀਰੀਅੰਸ ਹੁੰਦਾ ਹੈ, ਫਿਰ ਜਾ ਕੇ ਸੋਝੀ ਮਿਲਦੀ ਹੈ। ਆਪਾਂ ਸੁਣੀਆਂ ਸੁਣਾਈਆਂ ਗੱਲਾਂ, ਪੜ੍ਹੀਆਂ ਪੜ੍ਹਾਈਆਂ ਗੱਲਾਂ, ਉਹਨਾਂ ਨੂੰ ਗਿਆਨ ਲੈ ਕੇ ਅਸੀਂ ਸ਼ੁਰੂ ਕਰ ਦਿੰਦੇ ਹਾਂ, ਮਗਰ ਕੋਈ ਵੀ ਮੁਸੀਬਤ ਆ ਜੇ, ਕੋਈ ਵੀ ਦੁੱਖ ਤਕਲੀਫ ਆ ਜੇ, ਇਨਸਾਨ ਉਸੇ ਵਕਤ ਡੋਲ ਜਾਂਦਾ ਹੈ, ਕਿਉਂਕਿ ਉਹਦਾ ਸਾਰਾ ਕੁਝ ਜਿਹੜਾ ਉਹਦਾ ਵਿਸ਼ਵਾਸ ਦੀ ਨੀਂਹ ਹੈ, ਉਹਨੇ ਸੁਣੀਆਂ ਸੁਣਾਈਆਂ, ਪੜ੍ਹੀਆਂ ਪੜ੍ਹਾਈਆਂ ਗੱਲਾਂ ਦੇ ਉੱਤੇ ਰੱਖੀ ਹੈ। ਜਿਹਨੇ ਇਹਨਾਂ ਚੀਜ਼ਾਂ ਦਾ ਅਨੁਭਵ ਕੀਤਾ ਹੈ, ਐਕਸਪੀਰੀਅੰਸ ਕੀਤਾ ਹੈ, ਉਹ ਨਹੀਂ ਡੋਲਦਾ, ਉਹਨੂੰ ਪਤਾ ਹੈ। ਉਹੀ ਜਾਣਨਾ, ਵੇਦਾਂ ਵਿੱਚ ਲਫ਼ਜ਼ ਆਉਂਦਾ ਹੈ ਜਾਣਨਾ, ਇੱਕ ਅਵਸਥਾ ਹੈ ਜਾਣਨ ਦੀ। ਉਹ ਜਾਣਨਾ ਸਿਰਫ ਇਕੱਲੇ ਗਿਆਨ ਦੇ ਨਾਲ ਨਹੀਂ ਹੋਣਾ, ਗ੍ਰੰਥਾਂ ਪੋਥੀਆਂ ਦੀ ਕੋਈ ਕਮੀ ਨਹੀਂ। ਇਸ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ, ਗਿਆਨੀ ਬੂਝੇ ਕੁਆਂ ਪੜੇ, ਪਲਟੂ ਚਲੇ ਨਾ ਦੇਖ, ਮਨ ਮਾਇਆ ਮੇ ਮਿਲ ਗਿਆ, ਮਾਰਾ ਗਿਆ ਵਿਵੇਕ। ਬਾਬਾ ਜੀ, ਇੱਥੇ ਮਾਲਿਕ ਦੀ ਰਹਿਮਤ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਨਦਰ ਕਰੇ ਤਾਂ ਸਤਿਗੁਰ ਮਿਲਾਏ। ਇੱਥੇ ਮਾਲਿਕ ਦੀ ਦਇਆ ਕੰਮ ਕਰਦੀ ਹੈ, ਤਾਂ ਅਸੀਂ ਦੇਹਧਾਰੀ ਆਤਮਾ, ਦੇਹਧਾਰੀ ਸ਼ਬਦ ਦੇ ਲੜ ਲੱਗਦੇ, ਮਾਲਿਕ ਦੀ ਉਹਦੀ ਦਇਆ ਦੇ ਨਾਲ ਅਸੀਂ ਲੱਗਦੇ ਹਾਂ, ਔਰ ਫਿਰ ਗੁਰੂ ਦਇਆ ਕਰਕੇ ਅੱਗੇ ਸਾਨੂੰ ਰਸਤੇ ਤੇ ਪਾਉਂਦਾ, ਕਿਰਪਾ ਕਰੇ ਤਾਂ ਹਰ ਮਗਰ ਉਹੀ ਨਾ ਸੱਚਾ ਗਿਆਨ ਕਿਹੜਾ ਹੈ? ਤਾਂ ਗੁਰੂ ਘਰ ਨੇ ਕਿਹਾ, ਗਿਆਨ ਧਿਆਨ ਧੁਨ ਜਾਣੀਏ, ਅਕਥ ਕਹਾਵੇ ਸੋਏ। ਸੱਚਾ ਗਿਆਨ ਤੁਹਾਨੂੰ ਅੰਦਰੋਂ ਮਿਲੂਗਾ, ਉਸ ਧੁਨ ਦੇ ਨਾਲ ਜੁੜ ਕੇ ਮਿਲੂਗਾ। ਉਹ ਧੁਨ ਜਿਹੜੀ ਅਕਥ ਹੈ, ਜਿਹੜੀ ਲਫ਼ਜ਼ਾਂ ਦੇ ਦਾਇਰੇ ਵਿੱਚ ਨਹੀਂ ਹੈ, ਜਿਹੜੀ ਕਥੀ ਨਹੀਂ ਜਾ ਸਕਦੀ, ਉਹਦੇ ਨਾਲ ਜੁੜਾਂਗੇ ਤਾਂ ਤੁਹਾਨੂੰ ਸੋਝੀ ਮਿਲੂਗੀ ਅਸਲ। जी हाँ, जैसा कि आपने सुना, यहाँ सवाल जवाब का सिलसिला चलता रहता है, जिसका पूरा वीडियो तो हम आपको अपनी नीतियों के कारण नहीं दिखा सकते, लेकिन वीडियो को देखने के लिए लिंक हमने नीचे डिस्क्रिप्शन में भी दिया है। जी हाँ, हमारी वीडियो आपको कैसी लगी कमेंट करके जरूर बताएं। हर वीडियो को देखने के लिए हमारे चैनल को सब्सक्राइब